ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ ਆਪਣੇ ਨਾਲ ਸੈਨੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ। ਨਾਲ ਦੀ ਨਾਲ ਸਾਡਾ ਜਿਹੜਾ ਨਵਾਂ ਰੇਡੀਓ ਸਟੇਸ਼ਨ ਸੈਨੋਜ਼ੇ ਬੇਰੀਏ ਦੇ ਵਿੱਚ 98.5 FM HD3 'ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 14 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਸਟੈਂਡਰਡ ਮਾਰਗੇਜ ਅਤੇ ਰੀਅਲ estate, home loans, commercial loans, agriculture loans ਦੇ ਲਈ ਕਾਲ ਮੋਹਨ ਚੀਮਾ 5599052575। ਏਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟ ਏਰਕੀਆਨਾ 415990900503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਪ੍ਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। 60 ਸੈਂਟ ਸੋਲੋ ਡਰਾਈਵਰ ਨੂੰ, 70 ਸੈਂਟ ਟੀਮ ਡਰਾਈਵਰਸ ਨੂੰ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਲਾਸ ਐਂਜਲਸ ਤੋਂ ਆ ਰਹੀ ਹੈ। ਨਿਊਯਾਰਕ ਦੇ ਰੀਅਲ ਸਟੇਟ ਜਿਹੜੇ ਹੇਅਰ ਸੀ ਰੋਬਰਟ ਡਸਟ, ਉਹਨਾਂ ਨੂੰ ਲਾਈਫ ਇੰਪ੍ਰਿਜ਼ਮੈਂਟ ਜਿਹੜੀ ਆ ਉਹ ਦਿੱਤੀ ਗਈ ਆ। ਕੋਈ ਉਹਨਾਂ ਦਾ ਪੈਰੋਲ ਨਹੀਂ ਹੋਊਗਾ। 78 ਸਾਲਾਂ ਦਾ ਡਸਟ ਜਿਹੜਾ ਆ, ਇਹ ਲਾਸ ਐਂਜਲਸ ਦੀ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਆ ਕਨਵਿਕਟ ਹੋਇਆ ਹੈਗਾ ਆ। ਉਸ ਨੇ ਆਪਣੀ ਹੀ ਇੱਕ ਫਰੈਂਡ ਸੂਜ਼ਨ ਵਰਮਨ ਨੂੰ ਪੁਆਇੰਟ ਬਲੈਂਕ ਜਿਹੜਾ ਗੋਲੀ ਦੇ ਨਾਲ ਮਾਰਿਆ ਸੀਗਾ ਦਸੰਬਰ 2000 ਦੇ ਵਿੱਚ। 15 ਸਾਲ ਕਹਿੰਦੇ ਪਈ ਉਹਨਾਂ ਦਾ ਰੌਲਾ ਰੱਪਾ ਚੱਲਦਾ ਰਿਹਾ ਅਤੇ ਅੱਜ ਜਿਹੜੀ ਆ ਸਜ਼ਾ ਉਸਨੂੰ ਦਿੱਤੀ ਗਈ ਹੈਗੀ ਆ। 78 ਸਾਲਾਂ ਦਾ ਇਹ ਡਸਟ ਹੈਗਾ ਆ। ਜੀ ਜੀ। ਅਗਲੀ ਗੱਲ ਕਰਦੇ ਜਾਈਏ। ਬੋਇੰਗ ਦਾ ਇੱਕ ਟੈਸਟ ਪਾਇਲਟ ਆ, ਉਸ ਨੂੰ ਇੰਡਾਈਟ ਕੀਤਾ ਗਿਆ ਆ। 737 ਮੈਕਸ ਜਿਹੜੇ ਜਹਾਜ਼ ਹਵਾਈ ਹਾਦਸੇ ਯਾਦ ਹੋਣੇ, ਜਿਸ ਦੇ ਵਿੱਚ 2 ਜਹਾਜ਼ ਜਿਹੜੀਆਂ ਪੂਰੀਆਂ ਸਵਾਰੀਆਂ ਦੇ ਨਾਲ ਜਿਹੜੇ ਉਡਾਨ ਭਰੇ ਹੋਏ ਸੀਗੇ, ਉਹ ਹਾਦਸਾਗ੍ਰਸਤ ਹੋਏ ਸੀ, ਜਿਨ੍ਹਾਂ ਵਿੱਚ 346 ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ। ਇਸ ਇੰਡਾਈਟਮੈਂਟ ਦੇ ਵਿੱਚ ਇਹ ਦੋਸ਼ ਲਾਏ ਗਏ ਆ ਮਾਰਕ ਏ ਫੋਰਕਨਰ ਦਾ, ਜਿਹੜਾ ਆ ਵੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ ਗਲਤ ਤੇ ਇਨਕੰਪਲੀਟ ਜਿਹੜੀ ਆ ਉਹ ਜਾਣਕਾਰੀ ਇਸ ਨੇ ਦਿੱਤੀ ਸੀ। ਜਿਹੜਾ ਇਹਦਾ ਆਟੋਮੈਟਿਕ ਫਲਾਈਟ ਕੰਟਰੋਲ ਜਿਹੜਾ ਉਹ ਸਿਸਟਮ ਸੀਗਾ। ਸੋ ਕਹਿੰਦੇ ਵੀ ਇਸ ਨੇ ਡਿਸੈਪਸ਼ਨ ਜਿਹੜੀ ਉਹ ਕੀਤੀ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਇਹ ਬਣਾਇਆ, ਪੂਰਾ ਸਿਸਟਮ ਬਣਾਇਆ, ਜਹਾਜ਼ ਬਣਾਇਆ, ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਕੋਈ ਚਾਰਜਿਸ ਨਹੀਂ ਆ। ਹਾਂ, ਉਹਨਾਂ ਨੂੰ ਫਾਈਨ ਵਗੈਰਾ ਜਿਹੜਾ ਪਾਇਆ ਗਿਆ ਆ, ਪਰ ਇਸ ਪਾਇਲਟ ਨੂੰ ਜਿਹੜਾ ਜ਼ਰੂਰ ਆ ਇਹਨਾਂ ਨੇ ਹੁਣ ਇੰਡਾਈਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਫੈਡਰਲ ਗ੍ਰੈਂਡ ਜਿਊਰੀ ਦੇ ਦੁਆਰਾ ਇਸ ਪਾਇਲਟ ਨੂੰ, ਕਹਿੰਦੇ ਆ ਟੈਸਟ ਪਾਇਲਟ ਨੂੰ, ਹੁਣ ਇੰਡਾਈਟ ਕੀਤਾ ਗਿਆ। 2018 ਦੇ ਵਿੱਚ ਇੰਡੋਨੇਸ਼ੀਆ ਵਿੱਚ ਤੇ 2019 ਚ ਇਥੀਓਪੀਆ ਦੇ ਵਿੱਚ ਤੇ 737 ਜਿਹੜਾ ਮੈਕਸ ਜੈਟਲਾਈਨਰ ਸੀਗਾ ਬੋਇੰਗ ਦਾ, ਉਸ ਦਾ ਹਾਦਸਾ ਜਿਹੜਾ ਉਹ ਹੋਇਆ ਸੀਗਾ। 49 ਸਾਲ ਜਿਹੜੀ ਆ ਇਸ ਟੈਸਟ ਪਾਇਲਟ ਦੀ ਉਮਰ ਦੱਸੀ ਜਾਂਦੀ ਹੈ ਤੇ 2 ਕਾਊਂਟ ਆਫ ਫਰਾਡ ਇਨਵੋਲਵਿੰਗ ਏਅਰਕ੍ਰਾਫਟ ਪਾਰਟਸ ਜਿਹੜੇ ਆ ਇਸ ਦੇ ਉੱਤੇ ਉਹ ਦੋਸ਼ ਲਾਏ ਗਏ ਆ ਤੇ 4 ਜਿਹੜੇ ਵਾਇਰ ਫਰਾਡ ਦੇ ਜਿਹੜੇ ਦੋਸ਼ ਆ ਉਹ ਵੀ ਇਸ ਦੇ ਉੱਤੇ ਲਗਾਏ ਗਏ ਨੇ। ਇਹ ਫੋਰਟ ਵਰਥ ਟੈਕਸਸ ਦੇ ਵਿੱਚ ਇਹ ਮਾਮਲਾ ਇਸ ਟਾਈਮ ਅਦਾਲਤ 'ਚ ਚੱਲ ਰਿਹਾ ਆ। ਜੀ, ਅਗਲੀ ਖਬਰ ਤਾਈਵਾਨ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਵੀ 46 ਲੋਕਾਂ ਦੀ ਜਿਹੜੀ ਮੌਤ ਹੋ ਗਈ ਆ। 13 ਸਟੋਰੀ ਬਿਲਡਿੰਗ ਨੂੰ, ਇੱਕ ਜਿਹੜਾ ਟਾਵਰ ਬਲਾਕ ਆ, ਉਸ ਨੂੰ ਅੱਗ ਲੱਗ ਗਈ ਸੀ ਅਤੇ ਉਹਦੇ ਵਿੱਚ ਰੈਜ਼ੀਡੈਂਸ਼ੀਅਲ ਯੂਨਿਟ ਵੀ ਸੀਗੇ, ਕਮਰਸ਼ੀਅਲ ਵੀ ਸੀਗੇ। ਇਹ ਜਿਹੜਾ ਸਿਟੀ ਹੈਗਾ ਆ, ਕਾਓ ਸਿਯੰਗ ਕਰਕੇ ਸਿਟੀ ਦਾ ਨਾਮ ਆ। 4 ਘੰਟੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਅੱਗ ਬੁਝਾਉਣ ਦੇ ਲਈ ਲੱਗੇ
ਤੇ 79 ਲੋਕਾਂ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ। 14 ਦੇ ਕਰੀਬ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗੇ ਆ। ਹਜੇ ਤੱਕ ਫਾਇਰ ਦੀ ਜਿਹੜੀ ਕਿਉਂ ਲੱਗੀ ਆ ਉਹ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਸਕੀ। ਆਫੀਸ਼ੀਅਲਸ ਨੇ ਪਹਿਲਾਂ ਵਾਰਨਿੰਗ ਦਿੱਤੀ ਸੀ ਵੀ ਕੁਛ ਲੋਕ ਹੋ ਸਕਦਾ ਆ ਉਸ ਰੈਜ਼ੀਡੈਂਸ਼ੀਅਲ ਪਾਰਟ ਆਫ ਦਾ ਬਿਲਡਿੰਗ ਜਿਹੜਾ ਆ ਉੱਥੇ ਲੋਕ ਫਸੇ ਹੋਏ ਹੋਣ, ਜਿਹੜਾ ਕਿ 7ਵੀਂ ਤੇ 11ਵੀਂ ਫਲੋਰ ਦੇ ਵਿੱਚ ਸੀਗਾ। ਪਰ ਹੁਣ ਤੱਕ ਜਿਹੜੀਆਂ ਮੌਤਾਂ ਆ 46 ਮੌਤਾਂ ਆ ਇਸ ਅੱਗ ਦੀ ਭੇਂਟ ਚੜ੍ਹ ਗਈਆਂ। ਜੀ, ਸ਼ਿਕਾਗੋ ਜਿਹੜੀ ਇਹ ਸਿਟੀ ਉਸ ਦੀ ਮੇਅਰ ਤੇ ਸ਼ਿਕਾਗੋ ਪੁਲਿਸ ਯੂਨੀਅਨ ਦਾ ਹੈਡ ਇਸ ਟਾਈਮ ਆਮੋ-ਸਾਹਮਣੇ ਹੈਗੇ ਨੇ। ਫਰੈਟਰਨਲ ਆਰਡਰ ਆਫ ਪੁਲਿਸ ਦੇ ਪ੍ਰੈਜ਼ੀਡੈਂਟ ਜੌਨ ਕੈਟਨਜ਼ਰਾ ਉਹਨਾਂ ਨੇ ਕਿਹਾ ਆ ਵੀ ਜਿਹੜਾ ਮੇਅਰ ਲੌਰੀ ਲਾਈਟਫੁੱਡ ਆ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਆਖਿਆ ਜਾ ਰਿਹਾ ਵੀ ਵੈਕਸੀਨ ਮੈਂਡੇਟ ਜਿਹੜਾ ਉਹ ਹੋਣਾ ਚਾਹੀਦਾ ਆ, ਉਸ ਨੂੰ ਉਹ ਅਦਾਲਤ ਵਿੱਚ ਲੈ ਕੇ ਜਾਣਗੇ। ਤੇ ਉਹਨਾਂ ਨੇ ਆਪਣੇ ਜਿਹੜੇ ਪੁਲਿਸ ਯੂਨੀਅਨ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਕਿਹਾ ਆ ਵੀ ਹੋਲਡ ਦਾ ਲਾਈਨ, ਵੀ ਤੁਸੀਂ ਜਿਹੜੀ ਆ ਆਪਣੀ ਵੈਕਸੀਨੇਸ਼ਨ ਆ ਉਹ ਨਾ ਲਗਵਾਓ ਜੇ ਜਿਹੜਾ ਇਸ ਮੈਂਡੇਟ ਦੇ ਕਰਕੇ। ਲੌਰੀ ਲਾਈਟਫੁੱਡ ਉਹ ਵੀ ਆਪਣੇ ਜਿਹੜੇ ਕਹਿ ਰਹੇ ਆ ਵੀ ਅਸੀਂ ਜਿਹੜਾ ਇਸ ਮੈਂਡੇਟ ਨੂੰ ਜਿਹੜਾ ਉਹ ਲਾ ਕੇ ਰਹਿਣਾ ਆ। ਸੋ ਅਦਾਲਤ ਵਿੱਚ ਹੁਣ ਜਿਹੜੀ ਇਹ ਖਿੱਚੋਤਾਣ ਆ ਉੱਥੇ ਸ਼ਿਕਾਗੋ ਦੇ ਵਿੱਚ ਦੇਖੀ ਜਾਊਗੀ। ਸੋ ਸ਼ਿਕਾਗੋ ਦੀ ਪੁਲਿਸ ਫੋਰਸ ਦੇ ਵਿੱਚ 50% ਜਾਂ ਕਹਿੰਦੇ ਵੀ ਉਸ ਤੋਂ ਵੀ ਘੱਟ ਜਿਹੜੇ ਆ ਇਸ ਵੀਕਐਂਡ ਦੇ ਉੱਤੇ ਕਮਿੰਗ ਅਪ ਜਿਹੜੇ ਉਹ ਹੈਗੇ ਆ ਵੀ ਉਹ ਆਉਣਗੇ। ਸੋ ਕਾਫੀ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਆ ਉੱਥੇ ਆ ਸਕਦੀ ਹੈ। ਸਭ ਨੂੰ ਪਤਾ ਵੀ ਸ਼ਿਕਾਗੋ ਦੇ ਵਿੱਚ ਰਾਈਟ ਨਾਓ ਗਨ ਵਾਇਲੈਂਸ ਨੂੰ ਲੈ ਕੇ ਕਿੱਦਾਂ ਦੇ ਹਾਲਾਤ ਜਿਹੜੇ ਹੈਗੇ ਆ। ਨਿਊਜ਼ ਕਾਨਫਰੰਸ ਦੇ ਵਿੱਚ ਲਾਈਟਫੁੱਡ ਆ ਉਹਨਾਂ ਨੇ ਇਸ ਯੂਨੀਅਨ ਦੇ ਹੈਡ ਕੈਟਨਜ਼ਰਾ ਦੇ ਉੱਤੇ ਇਹ ਦੋਸ਼ ਲਾਏ ਵੀ ਇਹ ਜਾਣਬੁੱਝ ਕੇ ਗਲਤ ਜਾਣਕਾਰੀ ਜਿਹੜੀ ਆ ਇਨਫੋਰਮੇਸ਼ਨ ਆ ਉਹ ਫੈਲਾ ਰਹੇ ਆ ਤੇ ਜਿਹੜੀਆਂ ਵੀ ਸਟੇਟਮੈਂਟਸ ਆ ਉਹਨਾਂ ਦੀਆਂ ਆ ਉਹਨਾਂ ਨੂੰ ਇਹਨਾਂ ਦੇ ਦੁਆਰਾ ਡਿਸਮਿਸ ਜਿਹੜਾ ਇੱਕ ਹਿਸਾਬ ਦੇ ਨਾਲ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਕੀਤਾ ਗਿਆ। ਤੇ ਇੱਥੇ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ ਉਹ ਪ੍ਰਭਾਵਸ਼ਾਲੀ ਸਾਬਤ ਹੋਈਆਂ ਨੇ ਤੇ ਵੈਕਸੀਨੇਟ ਕਰਵਾਉਣ ਦੇ ਨਾਲ ਜਿਹੜੇ ਆ ਸ਼ਹਿਰ ਦੇ ਜਿਹੜੇ ਲੋਕ ਆ, ਵਰਕਰਸ ਆ ਤੇ ਉਹਨਾਂ ਦੇ ਪਰਿਵਾਰ ਆ ਉਹ ਸੁਰੱਖਿਅਤ ਰਹਿਣਗੇ। ਅਗਲੀ ਖਬਰ ਨਾਰਵੇ ਤੋਂ ਆ ਰਹੀ ਆ। ਨਾਰਵੇ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਬੰਦੇ ਨੇ ਤੀਰ ਦੇ ਨਾਲ 5 ਲੋਕਾਂ ਨੂੰ ਮਾਰ ਦਿੱਤਾ ਸੀ ਤੇ ਬੋ ਤੇ ਐਰੋ ਦੇ ਨਾਲ। ਹੁਣ ਇਹ ਪਤਾ ਚੱਲਿਆ ਵੀ ਜਿਹੜਾ ਬੰਦਾ ਮਾਰਨ ਵਾਲਾ ਸੀ ਉਹ ਮੁਸਲਿਮ ਕਨਵਰਟ ਸੀਗਾ, ਐਸਪਨ ਐਂਡਰਸਨ ਬ੍ਰੈਥਨ। ਉਸਨੇ 2017 ਦੇ ਵਿੱਚ ਵੀ ਜਿਹੜੀ ਇੱਕ ਬਹੁਤ ਕਹਿੰਦੇ ਵੀਡੀਓ ਪਾਈ ਸੀ ਜਿਹਦੇ ਵਿੱਚ ਉਸਨੇ ਦੱਸਿਆ ਸੀ ਵੀ ਮੈਂ ਜਿਹੜਾ ਆ ਮੈਸੇਂਜਰ ਆਫ ਗੋਡ ਹੈਗਾ ਆ। ਤੇ 37 ਸਾਲਾਂ ਦਾ ਜਿਹੜਾ ਇਹ ਬੰਦਾ ਹੈ ਇਸ ਨੂੰ ਹੁਣ ਚਾਰਜ ਕੀਤਾ ਗਿਆ ਹੈਗਾ ਕੋਂਗਸਬਰਗ ਟਾਊਨ ਦੇ ਵਿੱਚ, ਜਿਹੜਾ ਕਿ 40 ਮੀਲ ਸਾਊਥ ਵੈਸਟ ਆਫ ਓਸਲੋ ਹੈਗਾ ਆ, ਜਿਸ ਨੇ 4 ਬੀਬੀਆਂ ਤੇ ਇੱਕ ਬੰਦੇ ਨੂੰ ਜਿਹੜਾ 50 ਸਾਲ ਤੋਂ 70 ਸਾਲ ਦੇ ਵਿੱਚ ਸੀ ਇਹ ਤੀਰਾਂ ਦੇ ਨਾਲ ਮਾਰ ਦਿੱਤਾ। ਨਾਰਵੇ ਦੀ ਇੰਟੈਲੀਜੈਂਸ ਸਰਵਿਸਿਜ਼ ਨੇ ਇਹ ਕਿਹਾ ਵੀ ਐਕਟ ਆਫ ਟੈਰਰ ਹੈਗਾ ਆ। ਇਸੇ ਤਰ੍ਹਾਂ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਹੀ ਮੰਦਭਾਗਾ ਆ, ਇੱਦਾਂ ਦੀ ਇੰਸੀਡੈਂਟ ਜਿਹੜੀ ਆ ਸਾਡੇ ਮੁਲਕ ਦੇ ਵਿੱਚ ਨਹੀਂ ਵਾਪਰਨੀ ਚਾਹੀਦੀ ਸੀ। ਜੀ, ਜਸਟਿਸ ਡਿਪਾਰਟਮੈਂਟ ਦੇ ਦੁਆਰਾ FBI ਦੇ ਸਾਬਕਾ ਡਿਪਟੀ ਡਾਇਰੈਕਟਰ ਐਂਡਰਿਊ ਮਕੇਬ ਆ ਉਹਨਾਂ ਦੀ ਜਿਹੜੇ ਰਿਟਾਇਰਮੈਂਟ ਬੈਨੀਫਿਟਸ ਆ ਤੇ ਬੈਕ ਪੇ ਆ ਉਹ ਦੇਣ ਦਾ ਐਲਾਨ ਕੀਤਾ ਗਿਆ ਵੀ ਉਹ ਰਿਸਟੋਰ ਜਿਹੜੀ ਉਹ ਕਰਨਗੇ। ਕੁਛ ਘੰਟੇ ਹੀ ਇਹਨਾਂ ਦੇ ਕਾਰਜਕਾਲ ਦੇ ਰਹਿ ਗਏ ਸੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਹਨਾਂ ਨੂੰ ਫਾਇਰ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ, ਕਿਉਂਕਿ ਉਹ ਟਰੰਪ ਪ੍ਰਸ਼ਾਸਨ ਜਾਂ ਉਹਨਾਂ ਦੇ ਕਹੇ ਤੇ ਉਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਸੀ ਕਰ ਰਹੇ। ਸੋ ਕਹਿੰਦੇ ਵੀ ਇਹ ਸਾਫ਼ ਪਤਾ ਲੱਗਦਾ ਆ ਵੀ ਕਿਸ ਤਰੀਕੇ ਦੇ ਨਾਲ ਟਰੰਪ ਪ੍ਰਸ਼ਾਸਨ ਨੇ ਇਹ ਵੈਂਡੇਟਾ ਜਿਹੜਾ ਆ ਇਸ FBI ਦੇ ਡਿਪਟੀ ਡਾਇਰੈਕਟਰ ਆ ਉਸ ਦੇ ਖਿਲਾਫ ਜਿਹੜਾ ਉਹ ਸੀਗਾ ਤੇ ਸਿਵਲ ਲਾਸੂਟ ਇਸ ਦੇ ਬਾਅਦ ਦੇ ਵਿੱਚ ਮਕੇਬ ਆ ਉਹਨਾਂ ਨੇ ਫਾਈਲ ਕੀਤਾ ਸੀ। ਸੋ 3 ਸਾਲਾਂ ਬਾਅਦ ਹੁਣ ਜਿਹੜੀ ਆ ਉਹਨਾਂ ਨੂੰ ਆਪਣੀ ਰਿਟਾਇਰਮੈਂਟ ਦੇ ਬੈਨੀਫਿਟਸ ਉਹ ਵੀ ਮਿਲਣਗੇ ਤੇ ਜਿੰਨੀ ਉਹਨਾਂ ਦੀ ਪੇ ਮਿਸ ਹੋਈ ਸੀਗੀ ਉਹ ਵੀ ਜਿਹੜੀ ਉਹ ਦਿੱਤੀ ਉਹਨਾਂ ਨੂੰ ਹੁਣ ਜਾਵੇਗੀ। ਸੋ ਕਹਿੰਦੇ ਵੀ ਇਹ ਕੰਪਲੀਟ ਵਿੰਡੀਕੇਸ਼ਨ ਆ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਕੰਮ ਕੀਤਾ ਗਿਆ ਸੀਗਾ। ਜੀ, ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਤੋਂ ਆ ਰਹੀ ਆ। ਕਹਿੰਦੇ ਵੀ ਆਪਾਂ ਬਹੁਤ ਵਾਰੀ ਲੋਕ ਵਿਸ਼ ਕਰਦੇ ਆ ਸ਼ੂਟਿੰਗ ਸਟਾਰ ਦੇ ਲਈ। ਕਹਿੰਦੇ ਵੀ ਕੋਈ ਇਹ ਵਿਸ਼ ਨਹੀਂ ਕਰਦਾ ਵੀ ਉਹ ਜਿਹੜਾ ਸਟਾਰ ਆ ਜਾਂ ਕੋਈ ਇੱਦਾਂ ਦੀ ਜਿਹੜੀ ਚੀਜ਼ ਆ ਉਹ ਅਸਮਾਨ ਵਿੱਚੋਂ ਟੁੱਟ ਕੇ ਤੁਹਾਡੇ ਜਿਹੜੇ ਘਰ ਦੇ ਵਿੱਚ, ਇਕੱਲਾ ਘਰ ਦੇ ਨਹੀਂ, ਤੁਹਾਡੇ ਬੈੱਡ ਦੇ ਉੱਤੇ ਜਿਹੜੀ ਡਿੱਗ ਪਵੇ। ਇਹ ਇੱਕ ਬੀਬੀ ਜਿਹੜੀ ਕੈਨੇਡਾ ਦੇ ਵਿੱਚ ਕਹਿੰਦੇ ਬੜੇ ਪੀਸਫੁਲੀ ਆਰਾਮ ਨਾਲ ਸੁੱਤੀ ਪਈ ਸੀ ਜਦੋਂ ਇੱਕ ਮੀਟੀਓਰਾਈਟ ਜਿਹੜਾ ਆ
ਉਹਦੀ ਰੂਫ ਦੇ ਵਿੱਚੋਂ ਰੂਫ ਨੂੰ ਪਾੜਦਾ ਹੋਇਆ ਉਹਦੇ ਪਿੱਲੋ ਦੇ ਬਿਲਕੁਲ ਲਾਗੇ ਜਾ ਕੇ ਜਿਹੜਾ ਉਹ ਡਿੱਗਿਆ। ਲੱਕਲੀ ਜਿਹੜੀ ਆ ਵਿਕਟੋਰੀਆ ਨਿਊਜ਼ ਦੇ ਰਿਪੋਰਟਸ ਦੇ ਮੁਤਾਬਕ ਰੂਥ ਹੈਮਿਲਟਨ ਨਾਮ ਦੀ ਇਹ ਬੀਬੀ ਕਿਸੇ ਤਰ੍ਹਾਂ ਦੀ ਉਹਨੂੰ ਚੋਟ ਨਹੀਂ ਆਈ, ਉਹ ਤੋਂ ਬਚ ਗਈ। ਪਰ ਇਹ ਜਿਹੜੀ ਆ ਮਿਠਿਓਰਾਈਟ ਉਹਦੇ ਬਿਲਕੁਲ ਬੈੱਡ ਦੇ ਉੱਤੇ ਆ ਕੇ ਡਿੱਗਿਆ। ਜੀ। ਅਨਇੰਪਲੋਇਮੈਂਟ ਦੇ ਚੈੱਕ ਕਹਿੰਦੇ ਵੀ ਉਹਨਾਂ ਸਿਹਤ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਜਾਣਗੇ ਜਿਹੜੇ ਰਿਫਿਊਜ਼ ਕਰਦੇ ਆ ਵੀ ਵੈਕਸੀਨ ਉਹ ਨਹੀਂ ਲਗਵਾਉਣਾ ਚਾਹੁੰਦੇ। ਸੋ ਕਹਿੰਦੇ ਵੀ ਸਟੇਟ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਆ ਉਹਨਾਂ ਨੂੰ ਨਹੀਂ ਮਿਲਣਗੇ, ਜਿਹੜੇ ਇਹ ਸਿਹਤ ਮੁਲਾਜ਼ਮ ਆ ਉਹਨਾਂ ਨੂੰ ਫਾਇਰ ਕੀਤਾ ਜਾਂਦਾ ਆ ਵੀ ਇੰਪਲੋਇਰ ਮੈਂਡੇਟਡ ਵੈਕਸੀਨੇਸ਼ਨ ਜੇ ਉਹ ਨਹੀਂ ਲਗਵਾਉਂਦੇ। ਕਹਿੰਦੇ ਵੀ ਹੁਣ ਤੱਕ ਇੱਕ ਸਮਾਲ ਨੰਬਰ ਆਫ ਵਰਕਰਸ ਆ, ਜਿਹੜੇ ਥੋੜ੍ਹੇ ਲੋਕ ਆ ਉਹਨਾਂ ਨੇ ਕੁਇਟ ਕੀਤਾ ਹੈਗਾ ਆ ਰਾਦਰ ਦੈਨ ਬੀਇੰਗ ਫੁਲੀ ਵੈਕਸੀਨੇਟਡ। ਜਿਹੜੀ ਇਹ ਡੈਡਲਾਈਨ ਆ ਰਹੀ ਆ ਮਹੀਨੇ ਦੇ ਜਿਹੜੇ ਅਖੀਰ ਤੱਕ, ਇਹ ਪੋਰਟਲੈਂਡ ਮੇਨ ਤੋਂ ਇਹ ਜਿਹੜੀ ਖਬਰ ਆ ਰਹੀ ਹੈ। ਇਸ ਤੋਂ ਪਹਿਲਾਂ ਨਿਊਯਾਰਕ ਵਾਲਿਆਂ ਨੇ ਵੀ ਇੱਦਾਂ ਹੀ ਕਿਹਾ ਸੀਗਾ ਵੀ ਉਹ ਸਿਹਤ ਮੁਲਾਜ਼ਮਾਂ ਨੂੰ ਵੀ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਨਹੀਂ ਮਿਲਣਗੇ ਜਿਹੜੇ ਇਸ ਸ਼ਰਤ ਦੇ ਕਰਕੇ ਜਿਹੜੇ ਉਹਨਾਂ ਨੂੰ ਫਾਇਰ ਕੀਤਾ ਜਾ ਰਿਹਾ ਹੈਗਾ। ਇਸੇ ਤਰ੍ਹਾਂ ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, CDC ਜਿਹੜੀ ਆ ਸੈਂਟਰ ਫॉर ਡਿਸੀਜ਼ ਕੰਟਰੋਲ, ਉਹਨਾਂ ਨੇ ਇਹ ਫੋਰਕਾਸਟ ਕੀਤਾ ਆ ਵੀ COVID-19 ਦੇ ਨਾਲ ਮੌਤਾਂ ਦੀ ਗਿਣਤੀ ਜਿਹੜੀ ਆ ਹੁਣ ਕਾਫੀ ਘਟਦੀ ਜਾਂਦੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਾਫੀ ਘਟ ਜਾਊਗੀ। ਕਹਿੰਦੇ ਵੀ ਨਵੰਬਰ ਦਾ ਜਿਹੜਾ ਪਹਿਲਾ ਵੀਕ ਆ ਉਸ ਵੀਕ ਤੱਕ 3900 ਲੋਕਾਂ ਦੀ ਜਿਹੜੀ ਆ ਵੀਕਲੀ ਮੌਤ ਕਰੋਨਾ ਵਾਇਰਸ ਦੇ ਨਾਲ ਹੋਊਗੀ। ਆਪਾਂ ਦੇਖਿਆ ਵੀ ਪਿਛਲੇ ਸਾਲ ਦੇ ਦੌਰਾਨ ਹਜ਼ਾਰਾਂ ਤੱਕ ਇਹ ਗਿਣਤੀ ਪਹੁੰਚ ਗਈ ਸੀਗੀ। ਇਸੇ ਤਰ੍ਹਾਂ ਨਵੇਂ ਪੇਸ਼ੈਂਟਸ ਜਿਹੜੇ ਆ ਹਸਪਤਾਲਾਂ 'ਚ ਐਡਮਿਟ ਹੁੰਦੇ ਆ ਵੀਕਲੀ, ਉਹਨਾਂ ਦੀ ਗਿਣਤੀ ਵੀ ਘਟ ਕੇ ਜਿਹੜੀ ਆ 500 ਦੇ ਲਾਗੇ-ਛਾਗੇ ਰਹਿ ਜਾਊਗੀ। ਲੋਕ ਵੈਕਸੀਨ ਲਵਾ ਰਹੇ ਆ, ਪਰ ਹਜੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਮੁਤਾਬਕ ਜਿੰਨਾ ਉਹਨਾਂ ਨੇ ਕਹਿੰਦੇ ਅਸੀਂ ਸੋਚਿਆ ਸੀ, ਲੋਕ ਉਨੀ ਜਿਹੜੀ ਗਿਣਤੀ ਦੇ ਵਿੱਚ ਜਿਹੜੇ ਵੈਕਸੀਨ ਆ ਨਹੀਂ ਲਵਾ ਰਹੇ। FDA ਨੇ ਅੱਜ ਇਸੇ ਦੇ ਉੱਤੇ ਜਿਹੜੀ ਮੋਡਰਨਾ ਵੈਕਸੀਨ ਦੇ ਰੈਸੀਪੀਐਂਟਸ ਆ ਉਹਨਾਂ ਦੇ ਲਈ ਬੂਸਟਰ ਸ਼ਾਟ ਆ ਉਹਨਾਂ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਹੈਗੀ ਆ। ਸੋ ਆਲਰੇਡੀ ਇਹ ਜਿਹੜਾ ਕਿਹਾ ਜਾ ਰਿਹਾ ਸੀ ਵੀ ਚਾਹੇ ਮੋਡਰਨਾ ਵਾਲੇ ਆ ਜਿਨ੍ਹਾਂ ਨੇ ਲਗਵਾਈ, ਚਾਹੇ ਫਾਈਜ਼ਰ ਵਾਲੀ ਜਿਨ੍ਹਾਂ ਨੇ ਲਗਾਈ ਆ, ਉਹਨਾਂ ਸਾਰਿਆਂ ਨੂੰ ਬੂਸਟਰ ਸ਼ਾਟ ਜਿਹੜਾ ਫਾਈਜ਼ਰ ਵਾਲਾ ਆ ਉਹੀ ਲਗਾਇਆ ਜਾ ਸਕਦਾ ਆ। ਜਿਨ੍ਹਾਂ ਦੀ ਉਮਰ 65 ਸਾਲ ਜਾਂ ਉਸ ਤੋਂ ਵੱਧ ਹੈਗੀ ਆ ਜਾਂ ਹਾਈ ਰਿਸਕ ਤੇ ਜਿਹੜੇ ਹੈਗੇ ਨੇ, ਉਹਨਾਂ ਨੂੰ ਹੁਣ ਇਹ ਜਿਹੜੇ ਬੂਸਟਰ ਸ਼ਾਟ ਆ ਉਸ ਦੇ ਲਈ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਗਈ ਆ। ਇੱਕ ਨਵੀਂ ਸਟੱਡੀ ਦੇ ਮੁਤਾਬਕ ਜੌਨਸਨ ਐਂਡ ਜੌਨਸਨ ਜਿਨ੍ਹਾਂ ਨੇ ਵੈਕਸੀਨ ਲਗਵਾਈ ਆ, ਉਹ ਕਹਿੰਦੇ ਆ ਵੀ ਜੇ ਮਿਕਸ ਐਂਡ ਮੈਚ ਕਰਕੇ ਕੋਈ ਬੂਸਟਰ ਸ਼ਾਟ ਦੂਜੇ ਦਾ ਵੀ ਲਗਵਾਉਂਦੇ ਆ, ਉਹਦੇ ਨਾਲ ਵੀ ਇਸ ਵੈਕਸੀਨ ਦੀ ਪ੍ਰਭਾਵਸ਼ਾਲਤਾ ਜਿਹੜੀ ਉਹ ਵੱਧਦੀ ਆ ਤੇ ਉਸ ਇਨਸਾਨ ਨੂੰ ਇਹ COVID-19 ਦੀ ਜਿਹੜੀ ਸੀਵੀਅਰ ਕੰਡੀਸ਼ਨਸ ਆ ਜਾਂ ਬੁਰੀ ਤਰ੍ਹਾਂ ਬਿਮਾਰ ਹੋਣ ਤੋਂ ਜਿਹੜਾ ਉਹ ਬਚਾਉਂਦੇ ਹੈਗੇ ਨੇ। ਵਾਈਟ ਹਾਊਸ ਤੋਂ ਅੱਜ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਉਹ ਸਪੀਚ ਦਿੱਤੀ ਆ। ਇਸ ਦੇ ਉੱਤੇ ਜਿਹੜੇ ਕੁਝ ਡੈਮੋਕ੍ਰੇਟ ਜਿਹੜੇ ਲੈਫਟ ਲੀਨਿੰਗ ਕਮੈਂਟੇਟਰ ਉਹਨਾਂ ਨੇ ਵੀ ਕਿਹਾ ਆ ਵੀ ਜਿਹੜੇ ਰਾਸ਼ਟਰਪਤੀ ਆ ਇਹਨਾਂ ਨੇ ਹੁਣ ਇੱਕ ਨਵੀਂ ਜਿਹੜੀ ਇਹ ਲੈ ਫੜੀ ਆ ਵੀ ਥੋੜ੍ਹੀਆਂ ਜਿਹੀਆਂ ਗੱਲਾਂ ਕਰਦੇ ਨੇ, ਕੁਛ ਕੁ ਦਿਨਾਂ ਬਾਅਦ ਜਿਹੜਾ ਉਹ ਆ ਕੇ ਉਹ ਇਹਨਾਂ ਦੇ ਲਈ ਚੰਗੀਆਂ ਸਾਬਤ ਜਿਹੜੀਆਂ ਉਹ ਨਹੀਂ ਹੋਣਗੀਆਂ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਪੱਤਰਕਾਰਾਂ ਦੇ ਵੀ ਜਿਹੜੇ ਆ ਉਹ ਸਾਹਮਣੇ ਬਹੁਤ ਘੱਟ ਆਉਂਦੇ ਆ, ਸਵਾਲ ਜਵਾਬ ਜਿਹੜੇ ਉਹ ਘੱਟ ਲੈਂਦੇ ਨੇ। ਇਸ ਦੇ ਨਾਲੋਂ ਕਹਿੰਦੇ ਵੀ ਜਿਹੜੇ ਪਹਿਲੇ ਰਾਸ਼ਟਰਪਤੀ ਸੀਗੇ ਟਰੰਪ, ਉਹ ਪੱਤਰਕਾਰਾਂ ਦੇ ਮੂਹਰੇ ਜਿਹੜੇ ਆ ਉਹ ਹਮੇਸ਼ਾ ਹੀ ਰਹਿੰਦੇ ਸੀ। ਸਭ ਨੂੰ ਯਾਦ ਹੋਣਾ ਜਦੋਂ ਸ਼ੁਰੂ ਹੋਈ ਸੀਗੀ ਪੈਂਡੈਮਿਕ, ਉਸ ਦੌਰਾਨ ਐਵਰੀਡੇ ਘੰਟਾ 2 ਘੰਟੇ ਜਿਹੜੇ ਆ ਉਹ ਪੱਤਰਕਾਰਾਂ ਦੇ ਮੂਹਰੇ ਹੀ ਜਿਹੜਾ ਉਹ ਰਹਿੰਦੇ ਸੀਗੇ। ਸੋ ਇਹ ਹੁਣ ਦੇਖਣਾ ਹੋਊਗਾ ਕੀ ਬਣਦਾ ਆ। ਸੋ ਉਧਰ ਆਲਰੇਡੀ ਇਹਨਾਂ ਦਾ ਜਿਹੜਾ ਏਜੰਡਾ ਹੈਗਾ ਆ ਇਨਫਰਾਸਟ੍ਰਕਚਰ ਦਾ, ਉਹ ਅਜੇ ਕਿਸੇ ਵੀ ਤਣ ਪੱਤਰ ਨਹੀਂ ਲੱਗਿਆ, ਵਿੱਚ ਵਿਚਾਲੇ ਹੀ ਜਿਹੜਾ ਉਹ ਲਟਕ ਰਿਹਾ ਆ। ਜੀ ਬਿਲਕੁਲ, ਪ੍ਰੈਜ਼ੀਡੈਂਟ ਬਾਈਡਨ ਹੁਣੀ ਕਹਿੰਦੇ ਪਿੱਠ ਦਿਖਾ ਕੇ ਚੱਲ ਗਿਆ ਜਦੋਂ ਉਹਨਾਂ ਨੂੰ ਕੁਐਸਚਨ ਇਕੋਨਮੀ ਦੇ ਸੰਬੰਧ ਦੇ ਵਿੱਚ ਪੁੱਛਿਆ ਗਿਆ। ਤੇ ਪਿਛਲੇ ਹਫ਼ਤੇ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਇੱਕ ਜਿਹੜਾ ਜੌਬ ਰਿਪੋਰਟਸ ਆਈਆਂ ਸੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਤੇ ਉਹਨਾਂ ਨੇ ਜਿਹੜਾ ਆ ਉਸ ਦਾ ਆਨਸਰ ਨਹੀਂ ਦਿੱਤਾ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ, ਕਹਿੰਦੇ ਵੀ ਗੈਸ ਦੀਆਂ ਪ੍ਰਾਈਸਿਸ ਜਿਹੜੀਆਂ ਆ 7 ਸਾਲਾਂ ਬਾਅਦ ਇੰਨੀ ਜ਼ਿਆਦਾ ਕੀਮਤ ਦੇ ਉੱਤੇ ਹੋ ਗਈਆਂ ਆ। ਇਨਫਲੇਸ਼ਨ ਵੀ ਆ, ਸਪਲਾਈ ਚੇਨ ਫੀਅਰ ਵੀ ਹੈਗਾ ਆ, ਪਰ ਦੂਸਰੇ ਪਾਸੇ ਜਿਹੜਾ ਓਪੈਕ ਨੇ ਡਿਸੀਜਨ ਲਿਆ ਵੀ ਅਸੀਂ ਜਿਹੜੀ ਪ੍ਰੋਡਕਸ਼ਨ ਆ ਉਹ ਜ਼ਿਆਦਾ ਨਹੀਂ ਵਧਾਉਣੀ।
ਰਿਪਬਲਿਕਨ ਤਾਂ ਇਹ ਕਹਿ ਰਹੇ ਆ, ਹੁਣ 100 ਦੇ ਕਰੀਬ ਜਿਹੜੇ ਰਿਪਬਲਿਕਨ ਲਾ ਮੇਕਰਸ ਆ, ਉਹਨਾਂ ਨੇ ਕੈਰਲ ਮਿਲਰ ਰਿਪਬਲਿਕਨ ਵੈਸਟ ਵਰਜੀਨੀਆ ਤੋਂ ਆ, ਉਹਨਾਂ ਨੇ ਇਹ ਸਾਰਿਆਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਲੈਟਰ ਲੈ ਕੇ ਇਹ ਕਿਹਾ ਆ ਵੀ ਜਿਹੜੇ ਅਮਰੀਕਨ ਐਡਵਰਸਰੀਜ਼ ਹੈਗੇ ਆ, ਜਿਹੜੇ ਅਮਰੀਕਾ ਦੇ ਉਲਟ ਮੁਲਕ ਆ, ਰਸ਼ੀਆ ਤੇ ਈਰਾਨ, ਇਹ ਦੋਨੋਂ ਰਲ ਕੇ ਜਿਹੜੀ ਚਲਾਕੀ ਕਰ ਰਹੇ ਆ। ਓਪਿਕ ਨੂੰ ਕਹਿ ਰਹੇ ਆ ਵੀ ਜਿਹੜੀ ਪ੍ਰੋਡਕਸ਼ਨ ਆ ਉਸ ਨੂੰ ਵਧਾਇਆ ਨਾ ਜਾਵੇ, ਤਾਂ ਕਿ ਜਿਹੜੀਆਂ ਗੈਸ ਪ੍ਰਾਈਸਿਸ ਆ ਦੁਨੀਆ 'ਚ ਹਾਈ ਰਹਿਣ। USA ਦੇ ਵਿੱਚ ਜਿਹੜੀ ਰੈਗੂਲਰ ਗੈਸੋਲੀਨ ਦੀ ਪ੍ਰਾਈਸ ਆ, ਉਹ $3.29 ਨੂੰ ਵੀਰਵਾਰ ਨੂੰ ਸੀਗੀ, ਜਿਹੜੀ ਕਿ ਸਤੰਬਰ 2014 ਦੇ ਵਿੱਚ ਵੀ ਆਲਮੋਸਟ $3.38 ਦੇ ਬਰਾਬਰ ਸੀ। ਸੋ ਇੰਨੇ ਸਾਲਾਂ ਬਾਅਦ ਮੁੜ ਕੇ ਫਿਰ ਇਹ ਪ੍ਰਾਈਸ ਉੱਤੇ ਗਈ ਆ, $80 ਦੇ ਕਰੀਬ ਬੈਰਲ ਆ। ਸੋ ਇਹ ਪ੍ਰਾਈਸ ਕਈ ਸੋਚਦੇ ਹੋਗੇ ਵੀ ਹਜੇ ਵੀ ਘੱਟ ਦੱਸੀ ਆਪਾਂ, ਇਹ ਐਵਰੇਜ ਦੱਸੀ ਪੂਰੇ USA ਦੀ, ਪਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰਾਈਸਿਸ ਆ ਉਹ ਕਾਫੀ $4 ਤੋਂ ਉੱਪਰ ਆਮ ਜਿਹੜੀਆਂ ਹੋਈਆਂ ਹੈਗੀਆਂ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨੈਂਸੀ ਪਲੋਸੀ ਅੱਜ ਜਿਹੜੇ ਉਹ ਕਹਿ ਰਹੇ ਸੀਗੇ ਵੀ ਕਿਤੇ ਨਾ ਕਿਤੇ ਜਿਹੜਾ ਏਜੰਡਾ $3.5 ਟ੍ਰਿਲੀਅਨ ਵਾਲਾ ਇਕਨੋਮਿਕ ਪੈਕੇਜ ਆ, ਉਸ ਦੀ ਲਾਗਤ ਜਿਹੜੀ ਉਹ ਘਟਾਈ ਜਾ ਸਕਦੀ ਆ ਤੇ ਘਟਾ ਕੇ ਉਸ ਨੂੰ ਪਾਸ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਸੈਨੇਟਰ ਕ੍ਰਿਸਟਨ ਸਿਨੇਮਾ ਤੇ ਜੋ ਮੈਨਸ਼ਨ ਜਿਹੜੇ ਆ ਡੈਮੋਕ੍ਰੇਟ ਪਾਰਟੀ ਵੱਲੋਂ, ਉਹ ਅਜੇ ਵੀ ਨਹੀਂ ਮੰਨ ਰਹੇ ਵੀ $3.5 ਟ੍ਰਿਲੀਅਨ ਦੇ ਇਸ ਇਕਨੋਮਿਕ ਪੈਕੇਜ ਆ ਉਸ ਨੂੰ ਪਾਸ ਕੀਤਾ ਜਾਵੇ। ਸੋ ਕਹਿੰਦੇ ਆ ਵੀ ਹੁਣ ਲੱਗਦਾ ਇਦਾਂ ਆ ਵੀ ਇਹਨਾਂ ਨੂੰ ਹੀ ਕਿਤੇ ਨਾ ਕਿਤੇ ਥੋੜਾ ਜਿਹਾ ਆਪਣੇ ਵੱਲੋਂ ਝੁਕਾਵ ਜਿਹੜਾ ਉਹ ਦੇਖਣਾ ਕਰਨਾ ਜਿਹੜਾ ਉਹ ਪਵੇਗਾ। ਸੋ ਪ੍ਰੈਜ਼ੀਡੈਂਟ ਜਿਹੜੇ ਬਾਈਡਨ ਆ, ਉਹਨਾਂ ਦਾ ਜਿਹੜਾ ਏਜੰਡਾ ਨਾ ਪਾਸ ਹੋਣ ਕਰਕੇ ਉਹ ਕਿਸੇ ਪਾਸੇ ਵੀ ਕਹਿ ਲਓ ਵੀ ਪੱਟਾਂ ਤੇ ਥਾਪੀ ਮਾਰਨ ਜੋਗੇ ਤਾਂ ਜਿਹੜੇ ਉਹ ਨਹੀਂ ਰਹੇ, ਜਾਂ ਝੰਡਾ ਬਰਦਾਰ ਨਹੀਂ ਹੋ ਸਕਦੇ ਵੀ ਲਓ ਵੀ ਆਹ ਵੀ ਕਰਤਾ ਉਹ ਵੀ ਕਰਤਾ, ਤੇ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਸਿਰ ਤੇ ਆਈ ਖੜੀਆਂ ਨੇ। ਉਧਰ ਜਿਹੜਾ ਬਾਈ ਪਾਰਟੀਜ਼ਨ $1 ਟ੍ਰਿਲੀਅਨ ਦਾ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ, ਉਹ ਵੀ ਹਾਲ ਦੀ ਘੜੀ ਵਿੱਚ ਵਿਚਾਲੇ ਹੀ ਲਟਕਿਆ ਆ। ਕਾਰਨ ਉਸ ਦੇ ਵਿੱਚ ਇਹ ਆ ਵੀ ਕਿਉਂਕਿ ਇਸ ਬਿੱਲ ਦੇ ਲਈ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟ ਕਾਕਸ ਆ, ਉਹ ਜਿਹੜੀ ਆ ਨਹੀਂ ਮੰਨ ਰਹੀ ਹੈਗੀ। ਦੂਜੇ ਪਾਸੇ ਜਿਹੜਾ $3.5 ਟ੍ਰਿਲੀਅਨ ਵਾਲੇ ਦੇ ਵਿੱਚ ਜਿਹੜੇ ਸੈਂਟਰਿਸਟ ਡੈਮੋਕ੍ਰੇਟ ਸੈਨੇਟਰਸ ਆ, ਉਹ ਨਹੀਂ ਜਿਹੜੇ ਉਹ ਮੰਨ ਰਹੇ। ਸੋ ਹੁਣ ਵਿੱਚ ਵਿਚਾਲੇ ਦਾ ਰਾਹ ਜਿਹੜਾ ਆ ਉਹਨਾਂ ਨੂੰ ਲੱਭਣਾ ਪਊਗਾ। ਤੇ ਵੱਡੇ ਸਵਾਲ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਜਿਹੜੇ ਉੱਠ ਰਹੇ ਆ ਵੀ ਕੀ ਕਾਰਨ ਆ ਵੀ ਲੀਡਰ ਹੋਣ ਦੇ ਬਾਵਜੂਦ ਇਹ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਕਰਾਉਣ 'ਚ ਅਜੇ ਤੱਕ ਨਾਕਾਮਯਾਬ ਰਹਿ ਰਹੇ ਨੇ। ਜੀ, ਅਗਲੀ ਖਬਰ ਇੱਕ ਸਾਊਥ ਕੈਰੋਲੀਨਾ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬਹੁਤ ਹੀ ਮਸ਼ਹੂਰ ਵਕੀਲ ਐਲੈਕਸ ਮਰਡੋ, ਉਸ ਨੂੰ ਅਰੈਸਟ ਕੀਤਾ ਗਿਆ ਆ ਤੇ ਡਰੱਗ ਰੀਹੈਬ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ ਫਲੋਰੀਡਾ ਦੇ ਵਿੱਚ, ਤੇ ਉਹਨੂੰ ਚਾਰਜ ਕੀਤਾ ਗਿਆ। ਉਸ ਨੇ ਆਪਣੇ ਹੀ ਜਿਹੜੇ ਘਰ ਦਾ ਜਿਹੜਾ ਕੰਮ ਸੀ, ਹਾਊਸਕੀਪਰ ਸੀ, ਉਹਦਾ ਜਿਹੜਾ ਇੰਸ਼ੋਰੈਂਸ ਦਾ ਮਨੀ ਆ ਉਹ ਸਟੀਲ ਕੀਤਾ ਸੀ। ਉਸ ਦੀ ਜਿਹੜਾ ਉਹਦਾ ਹਾਊਸਕੀਪਰ ਸੀ, ਉਸ ਦੇ ਮੁੰਡੇ ਦੀ ਡੈਥ ਹੋਈ ਸੀ, ਤੇ ਉਹਦਾ ਜਿਹੜੀ ਸੈਟਲਮੈਂਟ ਸੀਗੀ $4 ਮਿਲੀਅਨ ਦੇ ਕਰੀਬ ਸੀਗੀ। ਉਹਦੇ ਵਿੱਚੋਂ ਉਹ ਪੈਸੇ ਜਿਹੜਾ ਆ ਪੂਰੀ ਤਰ੍ਹਾਂ ਖਾ ਗਿਆ। ਸੋ ਉਹ ਜਦੋਂ ਹੁਣ ਬਾਅਦ 'ਚ ਇਨਵੈਸਟੀਗੇਸ਼ਨ ਹੋਈ ਤਾਂ ਉਸਨੂੰ ਚਾਰਜ ਕੀਤਾ ਗਿਆ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, TSA ਨੇ ਚਿੰਤਾ ਜਤਾਈ ਆ ਵੀ ਕਹਿੰਦੇ ਵੀ ਬਹੁਤ ਵੱਡੇ ਆંકੜੇ ਜਿਹੜੇ ਇਸ ਟਾਈਮ ਸਾਹਮਣੇ ਆ ਰਹੇ ਆ, ਬਹੁਤ ਜ਼ਿਆਦਾ ਲੋਕ ਜਿਹੜੇ ਆ ਆਪਣੇ ਨਾਲ ਹੈਂਡਗਨਸ ਲੈ ਕੇ ਟਰੈਵਲ ਕਰ ਰਹੇ ਨੇ। ਪੈਸੰਜਰਸ ਕਹਿੰਦੇ ਆ ਵੀ ਰਿਕਾਰਡ ਨੰਬਰ ਆਫ ਗਨਸ 에ਅਰਪੋਰਟ ਨੂੰ ਲੈ ਕੇ ਆ ਰਹੇ ਆ। ਕਹਿੰਦੇ ਵੀ ਇਹ ਕਾਫੀ ਜਿਹੜੀ ਇੱਕ ਪ੍ਰੋਬਲਮ ਉਹਨਾਂ ਦੇ ਲਈ ਬਣਦੀ ਜਾ ਰਹੀ ਆ। TSA ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਚੀਫ ਆ, ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਸੀ। TSA ਨੇ ਹੁਣ ਤੱਕ 4,650 ਫਾਇਰ ਆਰਮਸ ਜਿਹੜੇ ਚੈੱਕ ਪੁਆਇੰਟਸ ਦੇ ਵਿੱਚ ਇਸ ਸਾਲ ਦੇ ਪਹਿਲੇ 10 ਮਹੀਨਿਆਂ ਦੇ ਵਿੱਚ ਜਿਹੜੇ ਉਹ ਫੜੇ ਨੇ। ਕਹਿੰਦੇ ਵੀ 2019 ਦੇ ਵਿੱਚ ਰਿਕਾਰਡ ਈਅਰ ਸੀ ਉਹ ਵੀ, ਪੂਰੇ ਸਾਲ ਦੇ ਵਿੱਚ 4432 ਜਿਹੜੀਆਂ ਇੱਦਾਂ ਗਨਸ ਫੜੀਆਂ ਸੀ, ਤੇ ਅਜੇ ਕਹਿੰਦੇ 11 ਹਫ਼ਤੇ ਇਸ ਸਾਲ ਦੇ ਵਿੱਚ ਬਾਕੀ ਹੈਗੇ ਆ, ਜਦੋਂ ਥੈਂਕਸਗਿਵਿੰਗ ਤੇ ਕ੍ਰਿਸਮਸ ਦੇ ਵਿੱਚ ਕਾਫੀ ਜ਼ਿਆਦਾ ਮਿਲੀਅਨਸ ਆਫ ਲੋਕ ਜਿਹੜੇ ਉਹ ਟਰੈਵਲ ਕਰਦੇ ਹੁੰਦੇ ਨੇ। ਸੋ ਉਹ ਇਹੀ ਗੁਹਾਰ ਜਿਹੜੀ ਉਹ ਲਾ ਰਹੇ ਆ ਵੀ ਆਪਣੇ ਜਿਹੜੇ ਹੈਂਡ ਬੈਗਸ ਦੇ ਵਿੱਚ ਜਿਹੜੀਆਂ ਗਨਸ ਆ, ਉਹਨਾਂ ਨੂੰ ਜਿਹੜਾ ਉਹ ਨਾਲ ਲੈ ਕੇ ਜਾਇਆ ਜਾਵੇ। ਜਿੱਥੇ ਜਿਹੜੀ ਚੀਜ਼ ਹੁੰਦੀ ਆ ਵੀ ਤੁਸੀਂ ਲੈ ਕੇ ਜਾ ਸਕਦੇ ਆ, ਲੀਗਲ ਆ ਲੈ ਕੇ ਜਾਣੀ, ਉਸੇ ਨੂੰ ਹੀ ਲੈ ਕੇ ਜਾਇਆ ਜਾਵੇ। ਅਗਲੀ ਖਬਰ ਜਿਹੜੀ ਗੋਡਾ, ਉਹ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਆ। ਕਹਿੰਦੇ ਪਈ ਸਟੋਰਮ ਆ ਰਿਹਾ, ਇਹਦੇ ਨਾਲ ਮੋਸਟਲੀ ਜਿਹੜਾ ਵਾਈਲਡ ਫਾਇਰ ਸੀਜ਼ਨ ਆ ਉਹ ਵੀ ਖਤਮ ਹੋ ਜਾਊਗਾ, ਤੇ ਮੀਂਹ ਵੀ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਪਊਗਾ। ਮੀਟੀਓਰੋਲੋਜਿਸਟ ਜਿਹੜੇ ਹੈਗੇ ਆ ਕਹਿ ਰਹੇ ਆ ਵੀ
ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਵੱਡਾ ਸਟੋਰਮ ਆ ਰਿਹਾ ਅਕਤੂਬਰ ਜਿਹੜਾ ਆ 20 ਦੇ ਲਾਗੇ ਛਾਗੇ ਆਉਣਾ ਆ, ਅਤੇ 3 ਦਿਨ 4 ਦਿਨ ਕਾਫੀ ਜ਼ਿਆਦਾ 2 ਇੰਚ ਤੱਕ ਜਿਹੜਾ ਮੀਂਹ ਆ ਉਹ ਲਗਾਤਾਰ 3 ਦਿਨ ਪੈ ਸਕਦਾ ਆ। ਸੋ ਇਹਦੇ ਨਾਲ ਇੱਕ ਤਾਂ ਡਰਾਊਟ ਨੂੰ ਵੀ ਫਾਇਦਾ ਹੋਊਗਾ, ਜਿਹੜਾ ਡਰਾਊਟ ਇੰਨਾ ਹੋਇਆ ਆ ਪਾਣੀ ਇਕੱਠਾ ਹੋਊਗਾ, ਅਤੇ ਦੂਸਰਾ ਜਿਹੜੀਆਂ ਬਹੁਤ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਆ ਉਹਨਾਂ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪਊਗਾ। ਸੋ ਇਹ ਇੱਕ ਤਰ੍ਹਾਂ ਨਾਲ ਸਟੋਰਮ ਜਿਹੜਾ ਆ ਉਹ ਆ ਰਿਹਾ ਹੈਗਾ। ਜੀ, ਸੋ ਅਲ ਨੀਨੀਆ ਜਿਹੜਾ ਆ ਇਸ ਟਾਈਮ ਇਕੁਏਟਰ ਦੇ ਉੱਤੇ ਕਹਿੰਦੇ ਆ ਵੀ ਉਹ ਆ ਰਿਹਾ ਹੈਗਾ ਆ। ਸੋ ਇਹਦੇ ਨਾਲ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ ਸਾਊਥ ਵੈਸਟ ਦੇ ਵਿੱਚ ਥੋੜ੍ਹਾ ਜਿਹੜਾ ਆ ਇਹ ਫਾਇਦਾ ਮੀਂਹ ਦਾ ਜਿਹੜਾ ਉਹ ਹੋ ਸਕਦਾ ਆ, ਅਤੇ ਚਲੋ ਉਮੀਦ ਜਿਹੜਾ ਉਹ ਆਪਾਂ ਕਰਦੇ ਹਾਂ ਵੀ ਮੀਂਹ ਜਿਹੜਾ ਉਹ ਆਵੇ। ਆਲਰੇਡੀ ਸੋਕੇ ਦੀ ਮਾਰ ਦੇ ਵਿੱਚੋਂ ਪੂਰਾ ਵੈਸਟ ਜਿਹੜਾ ਉਹ ਝੱਲ ਰਿਹਾ ਆ, ਉਸ ਦੇ ਵਿੱਚੋਂ ਲੰਘ ਰਿਹਾ ਆ। ਮੀਂਹ ਪੈ ਜਾਊਗਾ ਤਾਂ ਇਸ ਦੇ ਨਾਲ ਫਾਇਦਾ ਜਿਹੜਾ ਉਹ ਜ਼ਰੂਰ ਹੋ ਜਾਵੇਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਅੱਜ ਜਿਹੜੇ ਡੈਟ ਸੀਲਿੰਗ ਲਿਮਿਟ ਆ ਉਸ ਦੀ ਹਾਈਕ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ। ਪਿਛਲੇ ਮਹੀਨੇ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਹੋਇਆ ਸੀ, ਜਦ $480 ਬਿਲੀਅਨ ਦੀ ਇਨਕਰੀਜ਼ ਇਸ ਦੇ ਵਿੱਚ ਕੀਤੀ ਗਈ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਕੱਲ੍ਹ ਹਾਊਸ ਦੇ ਵਿੱਚ ਵੀ ਇਸ ਨੂੰ ਪਾਸ ਕਰ ਦਿੱਤਾ ਗਿਆ, ਅਤੇ ਅੱਜ ਰਾਸ਼ਟਰਪਤੀ ਨੇ ਇਸ ਨੂੰ ਸਾਈਨ ਕਰ ਦਿੱਤਾ। ਹੁਣ 3 ਦਸੰਬਰ ਤੱਕ ਕਿਹਾ ਜਾ ਰਿਹਾ ਆ ਵੀ ਇਹ ਅਮਰੀਕਾ ਦੇ ਕੋਲ ਜਿਹੜੇ ਉਹ ਪੈਸੇ ਜਿਹੜੇ ਉਹ ਰਹਿਣਗੇ, ਡਾਲਰ ਜਿਹੜੇ ਉਹ ਰਹਿਣਗੇ, ਅਤੇ ਪਰ ਕਹਿੰਦੇ ਵੀ ਦਸੰਬਰ ਦਾ ਇਹ ਜਿਹੜੀ ਸਟੈਂਡ ਆਫ ਆ ਉਹ ਸਿਰ 'ਤੇ ਲਗਾਤਾਰ ਮੰਡਰਾਉਂਦੀ ਰਹੂਗੀ। ਇਹ ਦੇਖਣਾ ਹੋਊਗਾ ਵੀ ਜਿਹੜੇ ਰਿਪਬਲਿਕਨਸ ਅਤੇ ਡੈਮੋਕਰੇਟਸ ਕੀ ਕੋਈ ਮਿਲ ਕੇ ਇਸ ਦੇ ਉੱਤੇ ਸਾਂਝੀ ਰਾਏ ਜਿਹੜੀ ਉਹ ਬਣਾਉਣ 'ਚ ਕਾਮਯਾਬ ਜਿਹੜੀ ਉਹ ਹੋਣਗੇ ਕਿ ਨਹੀਂ। ਪਰ ਆਲਰੇਡੀ ਜਿਹੜੇ ਮਾਈਨੋਰਟੀ ਲੀਡਰ ਮਿਚ ਮਕੋਨਲ ਆ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਆ ਵੀ ਦਸੰਬਰ ਦੇ ਵਿੱਚ ਇਸ ਦੇ ਵਿੱਚ ਇਨਕਰੀਜ਼ ਕਰਨ ਦੇ ਲਈ ਕੋਈ ਵੀ ਰਿਪਬਲਿਕਨ ਜਿਹੜਾ ਆ ਉਹ ਸਾਥ ਨਹੀਂ ਦੇਵੇਗਾ, ਚਾਹੇ ਅਮਰੀਕਾ ਜਿਹੜਾ ਉਹ ਡਿਫਾਲਟ ਕਰ ਜਾਵੇ। ਕਹਿੰਦੇ ਵੀ ਸਾਨੂੰ ਨਹੀਂ ਪਰਵਾਹ, ਚਾਹੇ 6 ਮਿਲੀਅਨ ਲੋਕਾਂ ਦੀ ਜੌਬ ਜਾਂਦੀ ਆ ਜਾਂ ਟ੍ਰਿਲੀਅਨਸ ਆਫ ਡਾਲਰ ਇਕੋਨਮੀ ਦੇ ਵਿੱਚ ਉਹਦੇ ਨਾਲ ਨੁਕਸਾਨ ਹੁੰਦਾ ਆ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਸਿਟੀ ਆਫ ਸੈਕਰਾਮੈਂਟੋ ਨੇ ਕਹਿੰਦੇ ਸਭ ਤੋਂ ਵੱਡਾ ਜਿਹੜਾ ਆ ਇੱਕ ਸੈਟਲਮੈਂਟ ਕੀਤੀ ਆ $11 ਮਿਲੀਅਨ ਦੀ। ਉਹਨਾਂ ਦੇ ਉੱਤੇ ਲਾਸੂਟ ਫਾਈਲ ਹੋਇਆ ਸੀ ਸੰਨ 2018 ਦੇ ਵਿੱਚ। ਕਿਊ ਚੈਂਗ ਜ਼ੂ 72 ਸਾਲਾਂ ਦੀ ਬਜ਼ੁਰਗ, ਅਤੇ ਉਹਨਾਂ ਦਾ 6 ਸਾਲਾਂ ਦਾ ਪੋਤਾ ਜਿਆਨ ਹਾਓ ਕੋਂਗ, ਇਹ ਦੋਨੋਂ ਕ੍ਰੋਸ ਬਾਗ 'ਤੇ ਜਾ ਰਹੇ ਸੀ ਜਿੱਥੇ ਕਿ ਲਾਈਟਾਂ ਨਹੀਂ ਸੀਆਂ, ਅਤੇ ਉਹਨਾਂ ਨੂੰ ਇੱਕ ਜਿਹੜਾ ਆ ਟਰੱਕ ਨੇ ਮਾਰ ਦਿੱਤਾ ਸੀ, ਅਤੇ ਉਹਨਾਂ ਨੇ ਸਿਟੀ ਆਫ ਸੈਕਰਾਮੈਂਟੋ 'ਤੇ ਸੂਹ ਕੀਤਾ ਸੀ। ਔਰ ਇਹ ਬਜ਼ੁਰਗ ਦੀ ਡੈਥ ਹੋ ਗਈ ਸੀ, ਪਰ ਜਿਹੜਾ 6 ਸਾਲਾਂ ਦਾ ਬੱਚਾ ਸੀ ਉਹ ਪਰਮਾਨੈਂਟਲੀ ਬ੍ਰੇਨ ਜਿਹੜਾ ਡੈਮੇਜ ਉਹਦਾ ਹੋਇਆ, ਅਤੇ ਅੱਜ ਜਿਹੜੀ ਆ ਉਹਨਾਂ ਦੀ ਸੈਟਲਮੈਂਟ ਸਿਟੀ ਆਫ ਸੈਕਰਾਮੈਂਟੋ ਨਾਲ $11 ਮਿਲੀਅਨ ਦੇ ਵਿੱਚ ਹੋਈ ਹੈਗੀ ਆ। ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਸਟਾਕ ਮਾਰਕੀਟ ਦੇ ਵਿੱਚ ਕਾਫੀ ਵਧੀਆ ਦਿਨ ਮੰਨਿਆ ਜਾ ਸਕਦਾ ਆ। ਡਾਓ ਜੋਨਸ ਦੇ ਵਿੱਚ 1.5% ਦਾ ਵਾਧਾ ਦਰਜ ਕੀਤਾ ਗਿਆ, 535 ਪੁਆਇੰਟ ਵੱਧ ਕੇ 34,913 ਤੇ ਬੰਦ ਹੋਇਆ। S&P ਦੇ ਵਿੱਚ 74 ਪੁਆਇੰਟ ਵਧੇ 4438 ਤੇ। ਨੈਸਡੈਕ ਦੇ ਵਿੱਚ 252 ਪੁਆਇੰਟ ਵਧੇ 14,823 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1796 ਪ੍ਰਤੀ ਆਊਂਸ, 10 ਈਅਰ ਯੀਲਡ 1.52%, ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਦੀ ਕੀਮਤ 57,070 ਤੇ ਰਹੀ। $1 ਦੀ ਕੀਮਤ ਇੰਡੀਆ ਦੇ $75 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1.23 ਦੇ ਬਰਾਬਰ ਰਹੀ ਆ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।